विदेशी करके हड्डी में रेशा लग गया है। और कोई सब टेस्ट अब एमआरआई कराऊंगा, कुछ कंफर्म रहेगा पूरा। चलिए संगत टीवी देख रही समूह देश विदेश ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇਹ ਉਦਮ ਉਪਰਾਲਾ ਰਹਿੰਦਾ ਹੈ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਸ ਪਰਿਵਾਰ ਤੱਕ ਪਹੁੰਚ ਕਰਕੇ ਅਤੇ ਉਸ ਪਰਿਵਾਰ ਦੇ ਜਿਹੜੇ ਹਾਲਾਤ ਆ ਉਹ ਆਪ ਸਭ ਸੰਗਤਾਂ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ। ਸੋ ਸੰਗਤ ਜੀ, ਅੱਜ ਅਸੀਂ ਸੰਗਤ ਏਡ ਮੈਡੀਕਲ ਕੇਅਰ ਫੰਡ ਦੀਆਂ ਸੇਵਾਵਾਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਵਿਖੇ ਪਹੁੰਚੇ ਹਾਂ। ਅਤੇ ਅੱਜ ਇੱਕ ਐਮਰਜੈਂਸੀ ਕੇਸ ਆਇਆ ਸੀ ਸੰਗਤ ਜੀ, ਮਾਤਾ ਜੀ ਜਿਨ੍ਹਾਂ ਦਾ ਨਾਮ ਹੈ ਭੋਲੀ ਕੌਰ, ਜੋ ਕਿ ਪਿੰਡ ਗੋਇੰਦਵਾਲ ਖੱਖ ਕਲੋਨੀ ਦੇ ਰਹਿਣ ਵਾਲੇ ਨੇ। ਸੋ ਕਾਫੀ ਲੰਬੇ ਸਮੇਂ ਤੋਂ ਕਾਫੀ ਦਿੱਕਤ ਦੇ ਵਿੱਚ ਮਾਤਾ ਜੀ ਜਿਹੜੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ। ਅਤੇ ਅੱਜ ਐਮਰਜੈਂਸੀ ਕੇਸ ਸੰਗਤ ਜੀ ਅਸੀਂ ਲੈ ਕੇ ਆਏ ਸਾਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ। ਅਤੇ ਆਪ ਸਭ ਸੰਗਤਾਂ ਨੇ ਜਿਹੜੀ ਸੀ ਸਾਡੀ ਇਹ ਜਿਹੜੀ ਬੇਨਤੀ ਸੀ ਉਹਨੂੰ ਪ੍ਰਵਾਨ ਕੀਤਾ, ਕਿਉਂਕਿ ਮਾਤਾ ਜੀ ਉਹਨਾਂ ਦੇ ਜਿਹੜੇ ਸੀ ਪੈਰ ਕਾਫੀ ਲੰਬੇ ਸਮੇਂ ਤੋਂ ਸ਼ਾਇਦ ਇਹਨਾਂ ਦਾ ਹੈਂਡੀਕੈਪ ਸੀ, ਪਰ ਜ਼ਿਆਦਾ ਪੈਰ ਜਿਹੜਾ ਸੀ ਉਹ ਮੁੜਿਆ ਹੋਇਆ ਸੀ, ਜਿਹਦੇ ਕਰਕੇ ਸੰਗਤ ਜੀ ਪੈਰ ਦੇ ਵਿੱਚ ਜਿਹੜੀ ਸੀ ਪੱਸ ਪੈ ਗਈ। ਸੋ ਪਰਿਵਾਰ ਨੇ ਆਪਣੇ ਤੌਰ 'ਤੇ ਜਿੰਨੀ ਕੁ ਪਰਿਵਾਰ ਦੀ ਪਹੁੰਚ ਸੀ ਮਾਤਾ ਜੀ ਉਹਨਾਂ ਦਾ ਕਾਫੀ ਟਰੀਟਮੈਂਟ ਕਰਵਾਇਆ। ਪਰ ਸੰਗਤ ਜੀ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਪਿੰਡਾਂ ਥਾਵਾਂ ਦੇ ਵਿੱਚ ਟਰੀਟਮੈਂਟ ਕਿੰਨਾ ਕੁ ਹੁੰਦਾ ਹੈ, ਪਰ ਇੰਨੀ ਪਹੁੰਚ ਨਹੀਂ ਸੀ ਪਰਿਵਾਰ ਦੀ ਕਿ ਕਿਸੇ ਵੱਡੀ ਅਦਾਰੇ ਦੇ ਵਿੱਚ ਜਾ ਕੇ ਜਿਹੜਾ ਸੀ ਮਾਤਾ ਜੀ ਉਹਨਾਂ ਨੂੰ ਦਿਖਾ ਸਕਦੇ। ਸੋ ਕਾਫੀ ਦਿੱਕਤ ਦੇ ਵਿੱਚ ਸਾਨੂੰ ਮਾਤਾ ਜੀ, ਅਤੇ ਇਸ ਕਰਕੇ ਅਸੀਂ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਮਾਤਾ ਜੀ ਉਹਨਾਂ ਨੂੰ ਜਿਹੜਾ ਵਾ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਲੈ ਕੇ ਆਏ ਹਾਂ। ਸੋ ਡਾਕਟਰ ਅਨੂਪ ਕਾਲੀਆ ਜੋ ਕਿ ਆਰਥੋ ਦੇ ਜਿਹੜੇ ਸਪੈਸ਼ਲਿਸਟ ਨੇ ਉਹਨਾਂ ਨੇ ਦੇਖਿਆ। ਸੋ ਪੈਰ ਦੀ ਜਿਹੜੀ ਹਾਲਤ ਹੈ ਸੰਗਤ ਜੀ ਉਹ ਕਾਫੀ ਖਰਾਬ ਹੈ, ਜਿਸ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕੁਛ ਟੈਸਟ ਕਿਹਾ ਸੀ। ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਨੇ ਕਿਹਾ ਸੀ ਕਿ ਅਕਸਰਾ ਹੋਏਗਾ, ਜਿਹਦੇ 'ਤੇ ਅਸਲ ਦੇ ਵਿੱਚ ਪੈਰ ਦੀ ਕੀ ਸਥਿਤੀ ਉਹਦੇ ਬਾਰੇ ਪਤਾ ਲੱਗੇਗਾ। ਸੋ ਉਹਦੇ ਵਿੱਚ ਕਾਫੀ ਜਿਹੜਾ ਸੀ ਦਿੱਕਤ ਆਈ, ਪਰ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਇੱਕ ਜਿਹੜੀ ਸੀ ਪੈਰ ਦੀ ਜਿਹੜੀ ਸਿਟੀ ਸਕੈਨ ਕਰਵਾਉਣਾ ਪਵੇਗਾ, ਜਿਹਦੇ ਵਿੱਚ ਥੋੜ੍ਹੀ ਜਿਹੀ ਬਹੁਤੀ ਜਿਹੜੀ ਗੱਲ ਧੁੰਦਲੀ ਹੈ ਉਹ ਪੂਰੀ ਪ੍ਰੋਪਰ ਤੌਰ 'ਤੇ ਸਾਫ਼ ਹੋ ਜੇ। ਸੋ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਸੀ ਇੱਕ ਸਿਟੀ ਸਕੈਨ ਵੀ ਜਿਹੜਾ ਸੀ ਸੱਜੇ ਪੈਰ ਦਾ ਕਰਵਾਇਆ ਗਿਆ ਸੀ।
ਤੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਸੰਗਤ ਜੀ ਅੱਜ ਅਸੀਂ ਫੀਮੇਲ ਵਾਰਡ ਦੇ ਵਿੱਚ ਹੀ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਖੜ੍ਹੇ ਹਾਂ। ਤੇ ਮੈਂ ਆਪ ਸਭ ਸੰਗਤਾਂ ਦੀ ਸਭ ਤੋਂ ਪਹਿਲਾਂ ਜਿਹੜੀ ਇਹ ਸਾਂਝ ਉਹ ਮਾਤਾ ਜੀ ਉਹਨਾਂ ਦੇ ਨਾਲ ਕਰਵਾਉਣਾ, ਕਿਉਂਕਿ ਖੁੱਲ੍ਹ ਕੇ ਇਸ ਗੱਲ ਬਾਰੇ ਡਿਸਕਸ ਤੇ ਮਾਤਾ ਜੀ ਹੁਣੀ ਹੀ ਕਰ ਸਕਦੇ ਨੇ ਕਿ ਅਸਲ ਦੇ ਵਿੱਚ ਇਹਨਾਂ ਨੂੰ ਕਿੰਨੇ ਕੁ ਲੰਮੇ ਸਮੇਂ ਤੋਂ ਪ੍ਰੋਬਲਮ ਹੈ। ਮਾਤਾ ਜੀ ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ, ਇਸ ਤਰ੍ਹਾਂ ਹੀ ਹੈ ਤੇ ਅੱਛਾ ਜੀ। ਮਾਤਾ ਜੀ ਪੈਰ ਨੂੰ ਕੀ ਗੱਲ ਹੋਈ ਹੈ ਤੁਹਾਡੇ ਨੂੰ? ਮੈਂ ਦੇਖਿਆ ਕਾਫੀ ਵੱਡਾ ਹੋਇਆ ਹੈ ਪੈਰ। ਇਹ ਮਾੜੀ ਜੀ ਪਹਿਲਾਂ ਖਾਰਸ਼ ਹੋਈ, ਖਾਰਸ਼ ਤੋਂ ਹੀ ਵੜਿਆ ਕੰਮ। ਅੱਛਾ ਜੀ, ਹਾਂਜੀ ਠੀਕ ਹੈ ਜੀ। ਤੇ ਮਾਤਾ ਜੀ ਤੁਸੀਂ ਦਿਖਾਇਆ ਨਹੀਂ ਜਦੋਂ ਮਤਲਬ ਖਾਰਸ਼ ਹੋਈ ਕਿਸੇ ਡਾਕਟਰ ਸਾਹਿਬ ਨੂੰ ਜਾਂ ਕਿਸੇ ਹਸਪੀਟਲ ਤੱਕ? ਇੱਦਾਂ ਮਾੜੇ ਮੋਟੇ ਡਾਕਟਰਾਂ ਕੋਲ ਦਵਾਈਆਂ ਲੈਂਦੇ ਨੇ। ਅੱਛਾ ਜੇ ਤੁਹਾਨੂੰ ਪਤਾ ਪਿੰਡਾਂ ਥਾਈਂ ਜਿਹੜੇ ਡਾਕਟਰ ਹੁੰਦੇ ਆ, ਤੇ ਇੱਦਾਂ ਵੀ ਚਲੋ ਗਰੀਬ ਘਰ ਹੀ ਸਾਡਾ, ਤੇ ਨਹੀਂ ਕਿ ਕੋਈ ਦਵਾਈ ਲੈ ਕੇ। ਠੀਕ ਹੈ। ਹੁਣ ਮਾਤਾ ਜੀ ਕੀ ਪ੍ਰੋਬਲਮ ਆ ਰਹੀ ਹੈ ਪੈਰ ਨੂੰ? ਪੀੜ ਬਹੁਤ ਨੇ, ਤੁਰਿਆ ਨਹੀਂ ਜਾਂਦਾ। ਤੁਰਿਆ ਨਹੀਂ ਜਾਂਦਾ। ਹਾਂਜੀ ਮਤਲਬ ਮੈਂ ਦੇਖਿਆ ਵਾ ਕਿ ਤੁਹਾਡਾ ਜਿਹੜਾ ਪੈਰ ਆ ਉਹ ਵੀ ਥੋੜਾ ਜਿਹਾ ਟੇਢਾ ਮੁੜਿਆ ਹੋਇਆ ਹੈ। ਇਹ ਮਤਲਬ ਕੋਈ ਐਕਸੀਡੈਂਟ ਹੋਇਆ ਸੀ ਕਿ ਜਾਂ ਬਚਪਨ ਤੋਂ ਹੀ ਆ? ਇਹ ਮੇਰੇ ਪਹਿਲਾਂ ਸਾਥੀ ਜਮਾਂਦਰੇ ਤੋਂ ਹੀ। ਹਾਂਜੀ ਹਾਂ, ਪਹਿਲਾਂ ਬੜਾ ਸੋਹਣਾ ਤੁਰਦੀ ਰਹੀ, ਹੁਣ ਆਣ ਕੇ ਖਰਾਬ ਹੋ ਗਿਆ। ਠੀਕ ਹੈ। ਹਾਂਜੀ ਹੁਣ ਸੰਗਤਾਂ ਵੱਲੋਂ ਮਾਤਾ ਜੀ ਤੁਹਾਡਾ ਇਲਾਜ ਸ਼ੁਰੂ ਕਰਵਾ ਦਿੱਤਾ ਗਿਆ, ਤੁਸੀਂ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੁੰਦੇ? ਸੰਗਤ ਦਾ ਧੰਨਵਾਦ ਇਹਨਾਂ ਦਾ ਜੀ, ਜਿਨ੍ਹਾਂ ਨੇ ਮੇਰਾ ਬਾਂਹ ਪਾ ਲਈ, ਇਲਾਜ ਕਰਾ ਲਈ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਮਾਤਾ ਜੀ ਉਹਨਾਂ ਨੇ ਕਾਫੀ ਜਿਹੜੀ ਸਾਂਝ ਪਾਈ ਹੈ ਕਿ ਜਿਹੜਾ ਇਹ ਪੈਰ ਇਹਨਾਂ ਦਾ ਮੁੜਿਆ ਹੋਇਆ ਹੈ ਇਹ ਜਮਾਂਦਰੂ ਤੋਂ ਹੀ ਆ, ਬਚਪਨ ਤੋਂ ਹੀ ਆ। ਸੋ ਉਸੇ ਹੀ ਕਰਕੇ ਜਿਹੜਾ ਸੀ ਕਿਤੇ ਨਾ ਕਿਤੇ ਮੇਰੇ ਹਿਸਾਬ ਦੇ ਨਾਲ ਜਿਹੜਾ ਸੀ ਮਾਤਾ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਪੈਰ 'ਤੇ ਸਿਰਫ ਥੋੜ੍ਹੀ ਜਿਹੀ ਖਾਰਸ਼ ਹੀ ਹੋਈ ਸੀ, ਜਿਹਦੇ ਕਰਕੇ ਖੁਰਕਿਆ ਅਤੇ ਇਹ ਜਿਹੜਾ ਜ਼ਖਮ ਆ ਹੌਲੀ ਹੌਲੀ ਜਿਹੜਾ ਇਹ ਵੱਧਦਾ ਗਿਆ। ਸੋ ਆਪਣੇ ਤੌਰ 'ਤੇ ਜਿਵੇਂ ਮਾਤਾ ਜੀ ਉਹਨਾਂ ਨੇ ਕਿਹਾ ਕਿ ਪਿੰਡਾਂ ਥਾਵਾਂ ਦੇ ਵਿੱਚ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਜਿੰਨੀ ਕੁ ਪਹੁੰਚ ਹੁੰਦੀ ਹੈ, ਸੋ ਜਿੰਨੀ ਕੁ ਉਹਨਾਂ ਡਾਕਟਰਾਂ ਦੀ ਵੀ ਸਮਝ ਹੁੰਦੀ, ਉਸ ਮੁਤਾਬਕ ਜਿਹੜਾ ਸੀ ਟਰੀਟਮੈਂਟ ਕਾਫੀ ਕਰਵਾਇਆ, ਪਰ ਹੌਲੀ ਜਿਹੜੀ ਇਹ ਦਿੱਕਤ ਕਾਫੀ ਸ਼ੁਰੂ ਹੋ ਗਈ। ਸੋ ਇੱਥੇ ਪਰਿਵਾਰਕ ਮੈਂਬਰ ਮੇਰੇ ਨਾਲ ਜਿਹੜੇ ਨੇ ਸੰਗਤ ਜੀ ਇੱਥੇ ਮੌਜੂਦ ਨੇ, ਜਿਹੜੇ ਲੈ ਕੇ ਆਏ ਨੇ ਮਾਤਾ ਜੀ ਉਹਨਾਂ ਨੂੰ। ਮੈਂ ਆਪ ਜੀ ਦੀ ਉਹਨਾਂ ਨਾਲ ਵੀ ਸਾਂਝ ਬੰਨਾ, ਕਿਉਂਕਿ ਖੁੱਲ੍ਹ ਕੇ ਇਹਨਾਂ ਦੇ ਪਰਿਵਾਰ ਬਾਰੇ ਤੇ ਇਹ ਵੀ ਦੱਸ ਸਕਦੇ ਨੇ ਕਿ ਅਸਲ ਦੇ ਵਿੱਚ ਇਹ ਮਾਤਾ ਜੀ ਉਹਨਾਂ ਨੂੰ ਕਿੰਨੇ ਕੁ ਲੰਮੇ ਸਮੇਂ ਤੋਂ ਇਹ ਪ੍ਰੋਬਲਮ ਹੈ। ਭੈਣ ਜੀ ਤੁਸੀਂ ਕੀ ਲੱਗਦੇ ਜੀ ਮਾਤਾ ਜੀ ਉਹਨਾਂ ਨੂੰ? ਇਹ ਮੇਰੀ ਨਨਾਣ ਹੈ ਵਿੱਚ ਹੀ। ਅੱਛਾ ਜੀ। ਹਾਂਜੀ, ਇਹਦਾ ਬੜੇ ਚਿਰ ਤੋਂ ਇੱਦਾਂ ਹੀ ਵਿਚਾਰੀ ਇਲਾਜ ਕਰਾਉਂਦੀ ਸੀ ਅਤੇ ਫਰਕ ਨਹੀਂ ਗਾ ਪਿਆ, ਅਤੇ ਹੁਣ ਜ਼ਿਆਦਾ ਹੀ ਹੋ ਗਿਆ ਵਾ, ਅਤੇ ਘਰ ਵਿੱਚ ਇਲਾਜ ਵਾਸਤੇ ਪੈਸਾ ਨਹੀਂ ਗਾ ਹੈਗਾ, ਅਤੇ ਇਹਨਾਂ ਦੇ ਘਰ ਵਾਲੇ ਦੀ ਵੀ ਜਿਹੜੀ ਇੱਕ ਬਾਂਹ ਨਹੀਂ ਗੀ ਹੈਗੀ। ਹਾਂਜੀ ਹਾਂਜੀ। ਤੁਸੀਂ ਹੁਣ ਸੰਗਤ ਨੂੰ ਕੀ ਕਹਿਣਾ ਚਾਹੁੰਦੇ, ਕੀ ਬੇਨਤੀ ਕਰਨਾ? ਸੰਗਤ ਦਾ ਇਹੋ ਧੰਨਵਾਦ ਕਰਦੇ ਹਾਂ ਕਿ ਚਲੋ ਸਾਡੀ ਇਹ ਗੁੱਡੀ ਦਾ ਰਲ ਮਿਲ ਕੇ ਇਲਾਜ ਹੋ ਜਾਵੇ। ਹਾਂਜੀ। ਸੋ ਸੰਗਤ ਜੀ ਇਹ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਨ। ਇੱਥੇ ਇਹਨਾਂ ਦੇ ਭਾਈ ਸਾਹਿਬ ਵੀ ਭੈਣ ਜੀ ਉਹਨਾਂ ਦੇ ਮੇਰੇ ਕੋਲ ਹੀ ਨੇ। ਮੈਂ ਆਪ ਜੀ ਦੀ ਇਹਨਾਂ ਨਾਲ ਵੀ ਸਾਂਝ, ਕਿਉਂਕਿ ਇਹਨਾਂ ਦੇ ਘਰ ਦੇ ਹਾਲਾਤ ਬਾਰੇ ਜ਼ਿਆਦਾ ਜਾਣਕਾਰੀ ਤੇ ਖੁਦ ਇਹੀ ਦੇ ਸਕਦੇ ਨੇ ਕਿ ਅਸਲ ਦੇ ਵਿੱਚ ਕਾਰਨ ਕੀ ਬਣਿਆ ਹੈ ਜਿਹਦੇ ਕਰਕੇ ਮਾਤਾ ਜੀ ਉਹਨਾਂ ਦੀ ਇਹ ਪ੍ਰੋਬਲਮ ਇੰਨੀ ਵੱਧ ਗਈ ਆ। ਮੈਂ ਚਾਹੁੰਦਾ ਥੋੜ੍ਹਾ ਜਿਹਾ ਤੁਸੀਂ ਇਹਨਾਂ ਦੇ ਪਰਿਵਾਰ ਬਾਰੇ ਦੱਸੋ ਕਿ ਇਹਨਾਂ ਦੇ ਹਸਬੈਂਡ ਕੀ ਕਰਦੇ ਅਤੇ ਕਿੰਨੇ ਬੱਚੇ ਇਹਨਾਂ ਦੇ? ਸਰ ਜੀ ਇਹਨਾਂ ਦੇ 5 ਬੱਚੇ ਨੇ, 3 ਗੁੱਡੀਆਂ ਨੇ, 2 ਕਾਕੇ ਨੇ। ਇਹ ਘਰ ਵਾਲੇ ਇਹਨਾਂ ਦੇ ਇੱਦਾਂ ਜ਼ਿਮੀਂਦਾਰਾਂ ਦੇ ਨਾਲ ਕੰਮ ਕਰਦੇ ਆ, ਯਾਨੀ ਕਿ ਘਰ ਦਾ ਗੁਜ਼ਾਰਾ ਬੜੇ ਔਖੇ ਹੋ ਕੇ ਕਰਦੇ, ਪਰ ਫਿਰ ਵੀ ਆਪਣੀ ਜਿੰਨੀ ਕੋਸ਼ਿਸ਼ ਹੈਗੀ ਕਰਨ ਰਹੇ ਸੀ ਇਲਾਜ ਦਾ। ਬਾਕੀ ਹੁਣ ਨਹੀਂ ਇੰਨੀ ਗੁੰਜਾਇਸ਼ ਹੈਗੀ ਸੀ, ਇਸ ਕਰਕੇ ਅਸੀਂ ਬੜਿਆਂ ਥਾਵਾਂ 'ਤੇ ਵਿਖਾਇਆ, ਪਰ ਨਹੀਂ ਸਾਡਾ ਨਹੀਂ ਕਿਤੇ ਵੀ ਨਹੀਂ ਸੂਤਰ ਆ ਰਿਹਾ ਹੈ। ਹਾਂਜੀ, ਅਸੀਂ ਸੰਗਤ ਗੜੀ ਬੇਨਤੀ ਕਰਦੇ ਵੀ ਸਾਡੀ ਮਦਦ ਕਰੋ ਜੀ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਾਡੇ ਸਿਆਣੇ ਕਹਿੰਦੇ ਹੁੰਦੇ ਸਨ ਕਿ ਜੇ ਧੀਆਂ ਆਪਣੇ ਘਰ ਸੁਖੀ ਹੋਣ ਤਾਂ ਭਰਾਵਾਂ ਦੀ ਵੀ ਉਮਰ ਵਧੀ ਰਹਿੰਦੀ ਹੈ। ਸੋ ਜਾਂ ਸਾਡੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸਨ ਕਿ ਜਿਹਦੀ ਧੀ ਸੁਖੀ ਉਹਦਾ ਸੰਸਾਰ ਸੁਖੀ। ਸੋ ਉਸੇ ਤਹਿਤ ਕਿਤੇ ਨਾ ਕਿਤੇ ਭੈਣ ਭਰਾਵਾਂ ਨੂੰ ਬੜੀ ਇਹ ਗੱਲ ਦੀ ਟੈਨਸ਼ਨ ਹੁੰਦੀ ਹੈ ਕਿ ਸਾਡੀ ਭੈਣ ਹੈ। ਸੋ ਇਸ ਕਰਕੇ ਜਿੰਨਾ ਇਹਨਾਂ ਦੀ ਪਹੁੰਚ ਸੀ, ਭੱਜ ਦੌੜ ਸੀ, ਇਹੀ ਲੈ ਕੇ ਆਏ ਅਤੇ ਆਪ ਹੀ ਇਹ ਜਿਹੜੀ ਭੱਜ ਨੱਠ ਇਹਨਾਂ ਨੇ ਕੀਤੀ ਆ ਕਿ ਵੱਖ-ਵੱਖ ਜਗ੍ਹਾ ਦੇ ਉੱਪਰ। ਹੁਣ ਤੱਕ ਕਿੰਨੇ ਕੁ ਜਗ੍ਹਾ ਦੇ ਉੱਪਰ ਤੁਸੀਂ ਵੈਸੇ ਭੈਣ ਜੀ ਉਹਨਾਂ ਦੇ ਪੈਰ ਨੂੰ ਦਿਖਾਇਆ ਸੀ? ਭਾਜੀ ਕਾਫੀ ਜਗ੍ਹਾ 'ਤੇ ਵਿਖਾ ਚੁੱਕੇ, ਪਰ ਸਾਡੇ ਤੋਂ ਇੰਨੀ ਗੁੰਜਾਇਸ਼ ਨਹੀਂ ਹੈਗੀ ਵੀ ਜਿਹੜਾ ਇਲਾਜ ਕਰਾ ਸਕੀਏ। ਅਸੀਂ ਵਾਵੇਂ ਹਸਪੀਟਲਾਂ 'ਚ ਗਏ ਹਾਂ, ਪਰ ਕਾਫੀ ਲੋਕਾਂ ਨੇ ਕਿਹਾ ਵੀ, ਪਰ ਨਹੀਂ ਸਾਡੇ ਤੋਂ ਨਹੀਂ ਇੰਨਾ ਹੋ ਸਕਿਆ। ਹੁਣ
ਮਾੜਾ ਚੰਗਾ ਜਿੰਨੀ ਜੋਗੇ ਕਮਾਉਂਦੇ ਸਰ ਨਹੀਂ ਇੰਨਾ ਹੀ ਹੈਗੀ ਸਾਡੇ ਤੋਂ ਵੀ ਇੰਨਾ ਇਲਾਜ ਕਰ ਸਕੀਏ। ਹਾਂਜੀ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦੇ ਨਾਲ ਬੜੀ ਅਹਿਮ ਜਾਣਕਾਰੀ ਭਾਜੀ ਉਹਨਾਂ ਨੇ ਜਿਹੜੀ ਉਹ ਸਾਂਝੀ ਕੀਤੀ ਕਿ ਇਹਨਾਂ ਦੇ 5 ਬੱਚੇ ਨੇ। ਸੋ ਉਹਦੇ ਤਹਿਤ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਵੀ ਜਿਹੜੇ ਭੈਣ ਜੀ ਉਹਨਾਂ ਨੇ ਕਿਹਾ ਕਿ ਹੈਂਡੀਕੈਪ ਨੇ, ਉਹਨਾਂ ਦਾ ਇੱਕ ਜਿਹੜਾ ਹੀ ਹੈ ਹੱਥ ਨਹੀਂ ਹੈਗਾ। ਸੋ ਉਸ ਕਰਕੇ ਉਹ ਵੀ ਜ਼ਿਮੀਂਦਾਰਾਂ ਦੇ ਨਾਲ ਜਿਹੜੀ ਪਿੰਡਾਂ ਦੇ ਵਿੱਚ ਆਪਾਂ ਸੰਗਤ ਜੀ ਆਮ ਹੀ ਸੁਣਦੇ ਹਾਂ ਕਿ ਸੀਰੀ ਲੱਗੇ ਹੋਏ ਨੇ। ਸੋ ਉਸੇ ਤਹਿਤ ਜਿੰਨੀ ਕੁ ਉਹਨਾਂ ਦੀ ਕਮਾਈ ਸੀ ਉਸ ਤਰੀਕੇ ਦੇ ਨਾਲ ਕਾਫੀ ਥਾਵਾਂ ਦੇ ਉੱਪਰ ਜਾ ਕੇ ਮਾਤਾ ਜੀ ਉਹਨਾਂ ਨੂੰ ਦਿਖਾਇਆ। ਪਰ ਸੰਗਤ ਜੀ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਅੱਜ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਹਰ ਬੰਦੇ ਨੂੰ ਜਿਹੜਾ ਵਾ ਕਿ ਬੜਾ ਔਖਾ ਹੋ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੰਗਤ ਜੀ ਇਲਾਜ ਕਰਵਾਉਣਾ। ਸੋ ਉਸੇ ਤਹਿਤ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਅੱਗੇ ਵੀ ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ। ਸੋ ਇਸੇ ਕਰਕੇ ਸੰਗਤ ਜੀ ਅਸੀਂ ਐਮਰਜੈਂਸੀ ਹੀ ਕੇਸ ਮਾਤਾ ਜੀ ਹੁਣਾਂ ਦਾ ਲਿਆ ਅਤੇ ਆਪ ਸਭ ਸੰਗਤਾਂ ਦੇ ਨਾਲ ਅਸੀਂ ਸਾਂਝ ਪਾਈ। ਜੀ ਡਾਕਟਰ ਸਾਹਿਬ ਨੂੰ ਮਿਲੇ, ਡਾਕਟਰ ਸਾਹਿਬ ਉਹਨਾਂ ਨੇ ਕੀ ਕਿਹਾ ਕਿ ਪੈਰ ਦਾ ਕੀ ਅੱਗੇ ਇਲਾਜ ਜਿਹੜਾ ਵਾ ਕਰਨਾ ਹੈ? ਸਰ ਜੀ ਉਹ ਕਹਿੰਦੇ ਆ ਵੀ ਇਹਨਾਂ ਦਾ ਆਪਰੇਸ਼ਨ ਹੋਏਗਾ ਅਤੇ ਉਹ ਸਾਰੀ ਰਿਪੋਰਟਾਂ ਆ ਗਈਆਂ, ਇਹਦੀ ਵੇਖੋ ਹੁਣ ਜੋ ਕਹਿਣਗੇ। ਜੀ ਡਾਕਟਰ ਸਾਹਿਬ ਉਹਨਾਂ ਦੇ ਨਾਲ ਗੱਲ ਹੋਈ, ਉਸ ਮੁਤਾਬਕ ਪਰਿਵਾਰ ਕਹਿ ਰਿਹਾ ਹੈ ਡਾਕਟਰ ਸਾਹਿਬ ਉਹਨਾਂ ਨੇ ਜਿਹੜਾ ਵਾ ਉਹ ਸਰਜਰੀ ਗਈ ਹੈ ਕਿ ਪੈਰ ਦਾ ਜਿਹੜਾ ਵਾ ਸੰਗਤ ਜੀ ਉਹ ਆਪਰੇਟ ਜਿਹੜਾ ਹੋਣਾ ਹੈ, ਪੈਰ ਕੱਟਣਾ ਪੈਣਾ ਹੈ। ਕਿਉਂਕਿ ਸੰਗਤ ਜੀ ਜਿਵੇਂ ਆਪ ਸਭ ਸੰਗਤਾਂ ਦੇਖ ਸਕਦੇ ਕਿ ਪੈਰ ਦਾ ਜਿਹੜਾ ਥੱਲੇ ਨੀਂਹ ਜਿਹਨੂੰ ਕਹੀ ਜਾਂਦੀ ਹੈ ਅੱਡੀ ਹੈ, ਉਹ ਬਿਲਕੁਲ ਪੱਸ ਦੇ ਨਾਲ ਪ੍ਰੋਪਰ ਤੌਰ 'ਤੇ ਸੰਗਤ ਜੀ ਭਰੀ ਹੋਈ ਹੈ। ਸੋ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਜੇ ਇਹਨੂੰ ਨਾ ਇੱਥੇ ਰੋਕਿਆ ਗਿਆ ਤਾਂ ਇਹ ਅਗਾਂਹ ਵੱਧਦੀ ਜਾਣੀ ਹੈ। ਕਿਉਂਕਿ ਅੱਜ ਜੇ ਪੈਰ ਇੱਥੋਂ ਪੈਰ ਦੇ ਲਾਗੋਂ ਉੱਪਰੋਂ ਥੋੜ੍ਹਾ ਜਿਹਾ ਕੱਟਿਆ ਜਾਵੇ, ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਬਨੌਟੀ ਜਿਹੜੇ ਨੇ ਉਹ ਬੂਟ ਮਿਲ ਜਾਂਦੇ ਨੇ ਜਿਹਦੇ ਕਰਕੇ ਬੰਦਾ ਆਪਣੀ ਜ਼ਿੰਦਗੀ ਨੂੰ ਅਗਾਂਹ ਜਿਹੜਾ ਵਾ ਤੋਰ ਸਕਦਾ ਹੈ। ਪਰ ਜੇ ਇੱਥੇ ਹੀ ਨਾ ਇਹਨੂੰ ਰੋਕਿਆ ਗਿਆ ਤਾਂ ਇਹ ਅੱਗੇ ਲੱਤ ਦੇ ਉੱਪਰ ਜਿਹੜਾ ਵਾ ਉਹ ਵਧੀ ਜਾਣਾ ਹੈ। ਸੋ ਇਸੇ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੀ ਸਰਜਰੀ ਹੀ ਜਿਹੜੀ ਹੈ ਐਂਪੂਟੇਸ਼ਨ ਜਿਹੜੀ ਹੈ ਸੰਗਤ ਜੀ ਉਹੀ ਕਰਵਾਉਣੀ ਪੈਣੀ ਹੈ। ਸੋ ਸੰਗਤ ਜੀ ਹੁਣ ਤੱਕ ਜਿੰਨਾ ਕੁ ਤੁਸੀਂ ਸਹਿਯੋਗ ਕੀਤਾ ਉਸ ਦੇ ਮੁਤਾਬਕ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਇਸ ਪਰਿਵਾਰ ਦਾ ਬਹੁਤ ਸਹਿਯੋਗ ਕੀਤਾ। ਪਰ ਅੱਗੇ ਸੰਗਤ ਜੀ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਖਰਚਾ ਬੜਾ ਵੱਡਾ ਹੈ, ਐਂਪੂਟੇਸ਼ਨ ਆਪਰੇਸ਼ਨ ਕਰਵਾਉਣਾ ਪੈਣਾ ਹੈ। ਸੋ ਉਹਦੇ ਤੋਂ ਬਾਅਦ ਸੰਗਤ ਜੀ ਜਿਵੇਂ ਜ਼ਖਮ ਹੁੰਦਾ ਉਹਦੇ ਐਂਟੀਬਾਇਓਟਿਕ ਵੀ ਚੱਲੇ ਨੇ, ਉਹ ਵੀ ਕਾਫੀ ਜ਼ਿਆਦਾ ਐਕਸਪੈਂਸਿਵ ਹੁੰਦੇ ਨੇ। ਸੋ ਇਸ ਕਰਕੇ ਸੰਗਤ ਜੀ ਜਿੱਥੇ ਹੁਣ ਤੱਕ ਤੁਸੀਂ ਇੰਨਾ ਸਾਥ ਦਿੱਤਾ, ਪਿੰਡ ਗੋਇੰਦਵਾਲ ਤੋਂ ਲੈ ਕੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪੀਟਲ ਤੱਕ ਆਪ ਸਭ ਸੰਗਤਾਂ ਨੇ ਦਿਲ ਖੋਲ੍ਹ ਕੇ ਮਾਤਾ ਜੀ ਹੁਣਾਂ ਲਈ ਸਹਿਯੋਗ ਕੀਤਾ, ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਿਆ। ਅਤੇ ਸੰਗਤ ਜੀ ਆਸ ਕਰਦੇ ਹਾਂ ਕਿ ਅਗਾਂਹ ਵੀ ਹੁਣ ਐਂਪੂਟੇਸ਼ਨ ਤੋਂ ਬਾਅਦ ਪੈਰ ਦੀ ਸਰਜਰੀ ਤੋਂ ਬਾਅਦ ਵੀ ਸੰਗਤ ਜੀ ਇਹਨਾਂ ਨੂੰ ਆਪ ਸਭ ਸੰਗਤਾਂ ਦੇ ਕਾਫੀ ਸਹਿਯੋਗ ਦੀ ਲੋੜ ਹੈ। ਅਤੇ ਆਸ ਕਰਦੇ ਹਾਂ ਕਿ ਜਿੱਥੇ ਤੁਸੀਂ ਇੰਨਾ ਸਾਥ ਦਿੱਤਾ ਅਗਾਂਹ ਵੀ ਜੋ ਵੀ ਇਹਨਾਂ ਨੂੰ ਲੋੜੀਂਦੀ ਮੈਡੀਸਨ ਜਾਂ ਕੁਛ ਹੋਰ ਵੀ ਚਾਹੀਦਾ ਹੋਵੇਗਾ ਉਹ ਆਪ ਸਭ ਸੰਗਤਾਂ ਵੱਲੋਂ ਪ੍ਰੋਵਾਈਡ ਕੀਤਾ ਜਾਵੇ। ਪਰ ਉਹ ਸੰਗਤ ਜੀ ਉਦੋਂ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਪਰਿਵਾਰ ਨੂੰ ਅਵੇਲੇਬਲ ਕਰਵਾ ਸਕਦੀ ਹੈ ਜਦੋਂ ਸੰਗਤ ਜੀ ਆਪ ਸਭ ਸੰਗਤਾਂ ਵੱਧ ਤੋਂ ਵੱਧ ਜਿਹੜਾ ਵਾ ਉਹ ਸਹਿਯੋਗ ਕਰੋਗੇ। ਅਤੇ ਸੰਗਤ ਜੀ ਅੱਜ ਅਸੀਂ ਇੱਕ ਹੋਰ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਉਣ ਜਾ ਰਹੇ ਹਾਂ। ਮਾਤਾ ਜੀ ਹੁਣੀ ਜਿੱਥੇ ਹੁਣ ਤੱਕ ਜਿੰਨੇ ਵੀ ਪਰਿਵਾਰ ਅਸੀਂ ਆਪ ਜੀ ਦੀ ਝੋਲੀ ਵਿੱਚ ਪਾਏ ਅਤੇ ਆਪ ਸਭ ਸੰਗਤਾਂ ਨੇ ਦਿਲ ਖੋਲ੍ਹ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਹਿਯੋਗ ਕੀਤਾ। ਅਤੇ ਆਸ ਕਰਦੇ ਹਾਂ ਕਿ ਮਾਤਾ ਜੀ ਹੁਣਾਂ ਦਾ ਵੀ ਸੰਗਤ ਜੀ ਆਪ ਇਵੇਂ ਹੀ ਵੱਧ ਚੜ੍ਹ ਕੇ ਸਹਿਯੋਗ ਕਰੋਗੇ ਤਾਂ ਜੋ ਵੀ ਲੋੜੀਂਦਾ ਟਰੀਟਮੈਂਟ ਹੈ ਸੰਗਤ ਜੀ ਅਸੀਂ ਉਹ ਜਲਦੀ ਤੋਂ ਜਲਦੀ ਕਰਵਾ ਕੇ ਅਤੇ ਮਾਤਾ ਜੀ ਹੁਣੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਵਾ ਉਹ ਜਾ ਸਕਣ। ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਵੀ ਬੇਨਤੀ ਕਰਦਾ ਹੈ ਕਿ ਜ਼ਰੂਰ ਸੰਗਤ ਜੀ ਸਾਡਾ ਵੱਧ ਤੋਂ ਵੱਧ ਜਿਹੜਾ ਵਾ ਤੁਸੀਂ ਸਹਿਯੋਗ ਕਰੋ ਤਾਂ ਜੋ ਭੈਣ ਜੀ ਹੁਣੀ ਮਾਤਾ ਜੀ ਹੁਣੀ ਬਿਲਕੁਲ ਠੀਕ ਹੋ ਸਕਣ। ਅਤੇ ਉੱਥੇ ਅਸੀਂ ਵੀ ਆਪ ਸਭ ਸੰਗਤਾਂ ਦਾ ਸੰਗਤ ਜੀ ਧੰਨਵਾਦ ਕਰਦੇ ਹਾਂ ਜੋ ਇੱਕੇ ਵਾਰੀ ਕਹਿਣ ਦੇ ਉੱਪਰ ਜਿੰਨੇ ਵੀ ਅਸੀਂ ਹੁਣ ਤੱਕ ਮਰੀਜ਼ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਵੱਲੋਂ ਲੈ ਕੇ ਆਏ ਹਾਂ। ਸੰਗਤ ਜੀ ਆਪ ਸਭ ਸੰਗਤਾਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਵੱਧ ਚੜ੍ਹ ਕੇ ਇਨਸਾਨੀਅਤ ਨੂੰ ਮੁੱਖ ਰੱਖ ਕੇ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਸੱਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ ਦੇ ਮਾਂ ਵਾਕਾਂ ਅਨੁਸਾਰ ਸੰਗਤ ਜੀ ਆਪ ਉਹਨਾਂ ਹੀ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਪ੍ਰਤੱਖ ਤੌਰ 'ਤੇ ਵਸਾਈ ਬੈਠੇ ਜੋ ਤਾਂ ਹੀ ਇਹਨਾਂ ਲੋੜਵੰਦ ਪਰਿਵਾਰਾਂ ਦੀ ਸੰਗਤ ਜੀ ਤੁਸੀਂ ਮਦਦ ਕਰ ਰਹੇ ਜੋ। ਅਤੇ ਆਸ ਕਰਦੇ ਹਾਂ ਕਿ ਅਗਾਂਹ ਵੀ ਸੰਗਤ ਜੀ ਅਸੀਂ ਜੋ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਵਾਂਗੇ ਅਤੇ ਆਪ ਸਭ ਸੰਗਤਾਂ ਇਵੇਂ ਹੀ ਦਿਲ ਖੋਲ੍ਹ ਕੇ ਅਤੇ ਉਹਨਾਂ ਦਾ ਵੱਧ ਤੋਂ ਵੱਧ ਸੰਗਤ ਜੀ ਸਾਥ ਦਿਓਗੇ। ਸੋ ਸੰਗਤ ਜੀ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜੱਜ ਕੇ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੀਵੀ ਦੇਖ ਰਹੀਆਂ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਨੇ, ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰ ਸਦ ਹੀ ਭਰਪੂਰਾ। ਸੋ ਉਸੇ ਹੀ ਮਾਂ ਵਾਕਾਂ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਇਹ ਗੱਲ ਅੰਕਿਤ ਕਰਦੇ ਨੇ ਕਿ ਹੇ ਮੇਰੇ ਮਨਾ, ਤੂੰ ਕਿਹੜੀ ਗੱਲੋਂ ਜਿਹੜਾ ਵਾ ਦੁਖੀ ਹੋਇਆ ਬੈਠਾ ਹੈ। ਜਿਸ ਗੁਰੂ ਦੇ ਤੂੰ ਲੜ ਲੱਗਾ ਜਾਂ ਜਿਹਦੀ ਹੋਂਦ ਨੂੰ ਤੂੰ ਮਹਿਸੂਸ ਕਰਦਾ, ਉਹ ਤਾਂ ਸਾਰਿਆਂ ਦੀਆਂ ਹੀ ਇੱਛਾ ਜਿਹੜੀਆਂ ਉਹ ਪੂਰੀਆਂ ਕਰਨ ਵਾਲਾ ਹੈ। ਸੋ ਆਪ ਉਸੇ ਹੀ ਇੱਛਾ ਪੂਰਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੰਗਤ ਜੀ ਵਸਾਈ ਬੈਠੇ ਜੋ। ਤਾਂ ਹੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ ਸੰਗਤ ਜੀ ਤੁਸੀਂ ਇਹ ਡਿਊਟੀ ਲਾਈਏ ਕਿ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਦੇ ਵਿੱਚ ਜਿੱਥੇ ਕੋਈ ਲੋੜਵੰਦ ਪਰਿਵਾਰ ਮੈਡੀਕਲ ਸਹੂਲਤ ਤੋਂ ਵਾਂਝਾ ਹੁੰਦਾ ਹੈ, ਸੰਗਤ ਜੀ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਉਸ ਪਰਿਵਾਰ ਤੱਕ ਪਹੁੰਚ ਕਰਕੇ ਅਤੇ ਉਸ ਦੇ ਜਿਹੜੇ ਹਾਲਾਤ ਹੈ ਉਹ ਆਪ ਸਭ ਸੰਗਤਾਂ ਦੇ ਨਾਲ ਸਮੇਂ-ਸਮੇਂ ਸਿਰ ਸਾਂਝੇ ਕੀਤੇ ਜਾਂਦੇ ਨੇ। ਸੋ ਪਿਛਲੇ ਦਿਨੀਂ ਮੈਂ ਆਪ ਸਭ ਸੰਗਤਾਂ ਦੇ ਨਾਲ ਐਮਰਜੈਂਸੀ ਕੇਸ ਸਾਂਝਾ ਕੀਤਾ ਸੀ। ਮਾਤਾ ਭੁੱਲੀ ਕੌਰ ਜੀ ਜੋ ਕਿ ਗੋਇੰਦਵਾਲ ਦੇ ਕੋਲ ਹੀ ਵਸੀ ਹੋਈ ਇੱਕ ਛੋਟੀ ਕਲੋਨੀ, ਖੱਪ ਕਲੋਨੀ ਜਿਹਨੂੰ ਕਹਿੰਦੇ ਨੇ, ਖੱਖ ਕਲੋਨੀ, ਉੱਥੋਂ ਦੇ ਰਹਿਣ ਵਾਲੇ ਨੇ। ਸੋ ਸੰਗਤ ਜੀ ਮਾਤਾ ਜੀ ਹੁਣੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਾਫੀ ਦਿੱਕਤ ਦੇ ਵਿੱਚ ਜਿਹੜੀ ਸੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ, ਕਿਉਂਕਿ ਬਚਪਨ ਤੋਂ ਹੀ ਪਿਛਲੀ ਵੀਡੀਓ ਦੇ ਵਿੱਚ ਭੈਣ ਜੀ ਉਹਨਾਂ ਨੇ ਆਪ ਸਭ ਸੰਗਤਾਂ ਦੇ ਨਾਲ ਬੜੀ ਡੀਪਲੀ ਜਿਹੜੀ ਸੀ ਉਹ ਸਾਂਝ ਪਾਈ ਸੀ ਕਿ ਜਿਹੜਾ ਇਹਨਾਂ ਦਾ ਪੈਰ ਸੀ ਉਹ ਮੁੜਿਆ ਹੋਇਆ ਸੀ, ਆਪਾਂ ਹੈਂਡੀਕੈਪ ਵੀ ਕਹਿ ਸਕਦੇ ਹਾਂ। ਪਰ ਸੰਗਤ ਜੀ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ, ਸਮੇਂ ਦੇ ਨਾਲ ਨਾਲ ਉਹ ਪੈਰ ਦਾ ਜਿਹੜਾ ਸਾਈਜ਼ ਸੀ ਉਹ ਵੀ ਕਾਫੀ ਵੱਡਾ ਹੋ ਗਿਆ ਅਤੇ ਉਹਦੇ ਵਿੱਚ ਪੱਸ ਪੈਣੀ ਸ਼ੁਰੂ ਹੋ ਗਈ। ਸੋ ਆਪਣੇ ਤੌਰ 'ਤੇ ਪਰਿਵਾਰ ਨੇ ਜਿਹੜੀ ਸੀ ਕਾਫੀ ਮਿਹਨਤ ਕੀਤੀ, ਮਾਤਾ ਜੀ ਹੁਣਾਂ 'ਤੇ ਇਹਨਾਂ ਨੂੰ ਟਰੀਟਮੈਂਟ ਜਿਹੜਾ ਸੀ ਉਹਨਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕੀਤੀ। ਪਰ ਘਰ ਦੇ ਕੁਝ ਹਾਲਾਤ ਇਵੇਂ ਦੇ ਸੀ ਕਿ ਪ੍ਰੋਪਰ ਜੋ ਸੰਗਤ ਜੀ ਟਰੀਟਮੈਂਟ ਚਾਹੀਦਾ ਸੀ ਸ਼ਾਇਦ ਉਹ ਨਹੀਂ ਹੋ ਸਕਿਆ, ਕਿਉਂਕਿ ਮਾਤਾ ਜੀ ਉਹਨਾਂ ਦੇ ਜਿਹੜੇ ਪਤੀ ਨੇ ਉਹ ਵੀ ਇੱਕ ਹੱਥ ਤੋਂ ਆਰੀ ਨੇ, ਹੈਂਡੀਕੈਪ ਨੇ, ਅਤੇ ਉਹ ਵੀ ਜਿਹੜੀ ਸੀ ਮਜ਼ਦੂਰੀ ਸੰਗਤ ਜੀ ਜਿਹੜੀ ਉਹ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿ ਦਿੰਦੇ ਹਾਂ ਕਿ ਸੀਰੀ ਲੱਗੇ ਸਨ ਜ਼ਿਮੀਂਦਾਰਾਂ ਦੇ ਨਾਲ। ਸੋ ਆਪ ਸਭ ਸੰਗਤਾਂ ਸਮਝ ਸਕਦੀਆਂ ਕਿ ਕਿੰਨੀ ਕੁ ਆਮਦਨ ਹੋਵੇਗੀ, ਜਿਸ ਹਿਸਾਬ ਦੇ ਨਾਲ ਉਹ ਮਾਤਾ ਜੀ ਉਹਨਾਂ ਦਾ ਟਰੀਟਮੈਂਟ ਜਿਹੜਾ ਸੀ ਉਹ ਕਰਵਾ ਸਕਦੇ। ਸੋ ਕਾਫੀ ਲੰਬੇ ਸਮੇਂ ਤੋਂ ਦਿੱਕਤ 'ਤੇ ਸਨ ਅਤੇ ਇਸੇ ਕਰਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਨੇ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਮਾਤਾ ਜੀ ਉਹਨਾਂ ਦਾ ਜਿਹੜਾ ਕੇਸ ਸੀ ਉਹ ਆਪ ਜੀ ਦੀ ਝੋਲੀ ਵਿੱਚ ਪਾਇਆ। ਸੋ ਆਪ ਸਭ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਆਪ ਸਭ ਸੰਗਤਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦੀ ਅਗਵਾਈ ਕੀਤੀ ਅਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਵੱਧ ਤੋਂ ਵੱਧ ਦਸਵੰਧ ਕੀਤਾ ਅਤੇ ਅੱਜ ਮਾਤਾ ਜੀ ਉਨੀ ਠੀਕ ਹੋ ਕੇ ਅਤੇ ਸੰਗਤ ਜੀ ਆਪਣੇ ਘਰ ਜਾ ਰਹੇ ਨੇ। ਸੋ ਸਤਿਗੁਰਾਂ ਦੀ ਬਾਣੀ ਨੂੰ ਜਦੋਂ ਅਸੀਂ ਪੜ੍ਹੀਏ ਤਾਂ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਸੁੱਖ ਵੀ ਜੇ ਮਿਲਣਾ ਹੈ ਤਾਂ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ, ਉਹਦੇ ਤਰਸ ਦੇ ਨਾਲ ਹੀ ਮਿਲਦਾ ਹੈ। ਅਸੀਂ ਅੰਮ੍ਰਿਤ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ,
ਕਿ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਖੁਸ਼ੀਆਂ ਅਤੇ ਪਾਤਸ਼ਾਹੀਆਂ ਉਦੋਂ ਹੀ ਮਾਣ ਸਕਦਾ ਹੈ ਜਦੋਂ ਵਾਹਿਗੁਰੂ ਅਕਾਲ ਪੁਰਖ ਤਰਸ ਕਰਕੇ ਆਪਣੀ ਮਿਹਰ ਦੀ ਨਿਗਾਹ ਸਾਡੇ ਜੀਵਾਂ ਦੇ ਤਪਦਿਆਂ ਹੋਇਆਂ ਹਿਰਦਿਆਂ ਦੇ ਉੱਪਰ ਪਾਉਂਦੇ ਨੇ। ਸੋ ਉਸੇ ਤਹਿਤ ਸੰਗਤ ਜੀ ਆਪ ਸਭ ਸੰਗਤਾਂ ਨੇ ਬੜੀ ਕਿਰਪਾ ਕੀਤੀ, ਬੜਾ ਸਹਿਯੋਗ ਕੀਤਾ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ, ਅਤੇ ਅਸੀਂ ਮਾਤਾ ਜੀ ਉਹਨਾਂ ਦਾ ਟ੍ਰੀਟਮੈਂਟ ਸੰਗਤ ਜੀ ਸ਼ੁਰੂ ਕਰਵਾ ਸਕੇ। ਅਤੇ ਅੱਜ ਛੁੱਟੀ ਉਹਨਾਂ ਦੀ ਡਿਕਲੇਅਰ ਹੋ ਗਈ ਹੈ। ਡਾਕਟਰ ਅਨੂਪ ਕਾਲੀਆ ਜੀ ਥੋੜ੍ਹੇ ਕੁ ਸਮੇਂ ਤੱਕ ਰਾਊਂਡ 'ਤੇ ਉਹਨਾਂ ਵੀ ਆ ਜਾਣਾ। ਸੋ ਮੈਂ ਆਪ ਸਭ ਸੰਗਤਾਂ ਦੀ ਉਹਨਾਂ ਦੇ ਨਾਲ ਵੀ ਸਾਂਝ ਪਾਵਾਂਗਾ, ਕਿਉਂਕਿ ਡੀਪਲੀ ਕੇਸ ਬਾਰੇ ਜਿਹੜੀ ਸੀ ਸਾਂਝ ਉਹ ਆਪ ਸਭ ਸੰਗਤਾਂ ਦੇ ਨਾਲ ਡਾਕਟਰ ਅਨੂਪ ਕਾਲੀਆ ਜੋ ਕਿ ਔਰਥੋ ਦੇ ਸਪੈਸ਼ਲਿਸਟ ਨੇ ਉਹੀ ਕਰ ਸਕਦੇ ਨੇ। ਪਰ ਉਸ ਤੋਂ ਵੀ ਪਹਿਲਾਂ ਮੈਂ ਆਪ ਸਭ ਸੰਗਤਾਂ ਦੀ ਜਿਹੜੀ ਸਾਂਝ ਹੈ ਉਹ ਮਾਤਾ ਭੋਲੀ ਕੌਰ ਉਹਨਾਂ ਦੇ ਨਾਲ ਕਰਵਾਉਣਾ, ਕਿਉਂਕਿ ਉਹ ਆਪਣੇ ਮੂੰਹੋਂ ਹੀ ਆਪ ਸਭ ਸੰਗਤਾਂ ਦੇ ਸਾਂਝ ਦੇ ਪਾਉਣ ਅਤੇ ਉਹ ਬੜੀ ਵਧੀਆ ਗੱਲ ਹੋਵੇਗੀ। ਮਾਤਾ ਜੀ, ਸੰਗਤਾਂ ਵੱਲੋਂ ਆਪ ਜੀ ਦਾ ਇਲਾਜ ਹੋ ਗਿਆ ਹੈ ਅਤੇ ਕੀ ਹਾਲ ਹੈ ਹੁਣ? ਧੰਨਵਾਦ ਕਰਦੀ ਹਾਂ ਸੰਗਤਾਂ ਦਾ ਜਿੰਨਾ ਮੈਨੂੰ ਠੀਕ ਕਰ ਦਿੱਤਾ। ਬਹੁਤ ਬਹੁਤ ਧੰਨਵਾਦ ਇਹਨਾਂ ਸੰਗਤਾਂ ਦਾ। ਸੋ ਮਾਤਾ ਜੀ, ਜਿਵੇਂ ਪਹਿਲਾਂ ਤੁਹਾਡਾ ਆਪਰੇਟ ਨਹੀਂ ਸੀ ਹੋਇਆ, ਹੁਣ ਆਪਰੇਸ਼ਨ ਹੋ ਗਿਆ, ਹੁਣ ਕੀ ਫਰਕ ਲੱਗਦਾ ਹੈ? ਮੈਂ ਚਾਹੁੰਦਾ ਜ਼ਰੂਰ ਉਹ ਦੱਸਿਓ। ਠੀਕ ਲੱਗਦਾ? ਹਾਂਜੀ ਠੀਕ ਲੱਗਦਾ। ਨਹੀਂ, ਅੱਗੇ ਕੀ ਹੁੰਦਾ ਸੀ? ਅੱਗੇ ਪੀੜ ਜ਼ਿਆਦਾ ਹੁੰਦੀ ਹੈ ਪੈਰ ਨੂੰ। ਹਾਂਜੀ ਹੁਣ ਠੀਕ ਲੱਗਦਾ ਵਾ ਅੱਗੇ ਨਾ। ਧੰਨਵਾਦ ਕਰਦੀ ਨਾ ਸੰਗਤਾਂ ਦਾ ਜਿੰਨਾ ਮੈਨੂੰ ਠੀਕ ਕਰਦਾ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਦਾ ਮਾਤਾ ਜੀ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜੋ ਆਪ ਸਭ ਸੰਗਤਾਂ ਨੇ ਇੰਨਾ ਸਹਿਯੋਗ ਕੀਤਾ, ਕਿਉਂਕਿ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਜਿਹੜਾ ਇਹ ਜੀਵਨ ਹੈ ਬੜੀਆਂ ਟੇਢੀਆਂ ਮੇਢੀਆਂ ਜੂਨਾਂ ਤੋਂ ਬਾਅਦ ਸਾਨੂੰ ਜਿਹੜਾ ਵਾ ਉਹ ਮਿਲਦਾ ਹੈ। ਅਤੇ ਜੀਂਦਾ ਮਨੁੱਖ ਕੋਈ ਵੀ ਹੋਵੇ, ਕਿਉਂਕਿ ਜ਼ਿੰਦਗੀ ਇੰਨੀ ਖੂਬਸੂਰਤ ਹੈ ਕਿ ਬੰਦਾ ਕਦੀ ਵੀ ਨਹੀਂ ਚਾਹੁੰਦਾ ਕਿ ਮੈਂ ਇਸ ਸੰਸਾਰ ਨੂੰ ਛੱਡ ਕੇ ਜਾਵਾਂ। ਅਤੇ ਤੰਦਰੁਸਤੀ ਦੀ ਜਿਹੜੀ ਹੈ ਉਹ ਦਾਤ ਹਰ ਵੇਲੇ ਬੰਦਾ ਜਿਹੜਾ ਵਾ ਉਹ ਕਿਤੇ ਨਾ ਕਿਤੇ ਉਹ ਮੰਗਦਾ ਹੈ। ਸੰਗਤ ਜੀ, ਹਰ ਬੰਦਾ ਜਿਹੜਾ ਵਾ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਚਾਹੁੰਦਾ ਕਿ ਮੈਂ ਠੀਕ ਠਾਕ ਹੋ ਕੇ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਸਕਾਂ, ਤਾਂ ਜੋ ਮੈਂ ਆਪਣੀ ਰਹਿੰਦੀ ਜ਼ਿੰਦਗੀ ਉਹ ਆਪਣੇ ਚੰਗੇ ਤਰੀਕੇ ਦੇ ਨਾਲ ਜਿਉ ਸਕਾਂ। ਸੋ ਸੰਗਤ ਜੀ, ਆਪ ਸਭ ਸੰਗਤਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਸੰਗਤ ਜੀ ਆਪ ਸਭ ਸੰਗਤਾਂ ਨੇ ਬੜਾ ਹੀ ਸਹਿਯੋਗ ਕੀਤਾ, ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿਹੜਾ ਵਾ ਦਸਵੰਧ ਕੱਢਿਆ। ਸੋ ਆਪ ਸਭ ਸੰਗਤਾਂ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਹਾਂ ਕਿ ਆਪ ਵਡਭਾਗੇ ਜੋ ਸੰਗਤ ਜੀ ਇਹ ਸੇਵਾ ਕਰ ਰਹੇ ਜੋ। ਅਸੀਂ ਅੰਮ੍ਰਿਤ ਬਾਣੀ ਦਾ ਵੀ ਇਹ ਬਚਨ ਪੜ੍ਹਦੇ ਹਾਂ, ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਵੀ ਉਹੀ ਸੇਵਾ ਕੀਤੀ ਜਿਹੜੀ ਇਹ ਉਹ ਸਫਲ ਹੈ ਜਿਸ ਵਿੱਚ ਗੁਰੂ ਜਿਹੜਾ ਵਾ ਉਹ ਰਾਜੀ ਹੁੰਦਾ ਹੈ। ਅਤੇ ਗੁਰੂ ਸਾਨੂੰ ਵਾਰ-ਵਾਰ ਇਹੀ ਗੱਲ ਸਮਝਾਉਂਦਾ ਹੈ ਕਿ ਅਸੀਂ ਜਿਉਂਦਿਆਂ ਜਿਉਂ ਹੀ ਇਸ ਮਨੁੱਖਤਾ ਦੇ ਲਈ ਕੁਛ ਨਾ ਕੁਛ ਕਰਨਾ ਹੈ। ਅਸੀਂ ਇਤਿਹਾਸ ਨੂੰ ਵੇਖ ਲਈਏ, ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹੀਏ, ਮਹਾਰਾਜ ਜੀ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਿ ਰੱਬੀ ਦਰਗਾਹ ਦੇ ਵਿੱਚ ਅਸੀਂ ਮਾਣ ਸਤਿਕਾਰ ਉਦੋਂ ਹੀ ਪਾ ਸਕਦੇ ਹਾਂ ਜਦੋਂ ਅਸੀਂ ਜਿਉਂਦਿਆਂ ਜਿਉਂ ਹੀ ਕਿਸੇ ਲੋੜਵੰਦ ਪਰਿਵਾਰ ਦੀ ਜਿਹੜੀ ਹੈ ਸੰਗਤ ਜੀ ਉਹ ਮਦਦ ਕਰਦੇ ਹਾਂ। ਸੋ ਇੱਥੇ ਮਾਤਾ ਜੀ ਉਹਨਾਂ ਦੇ ਜਿਹੜੇ ਨੇ ਪਤੀ ਵੀ ਸਾਡੇ ਕੋਲ ਨੇ, ਮੈਂ ਆਪ ਸਭ ਸੰਗਤਾਂ ਦੀ ਇਹਨਾਂ ਦੇ ਨਾਲ ਵੀ ਸਾਂਝ ਪਾਉਣਾ। ਭਾਜੀ, ਅੱਜ ਮਾਤਾ ਜੀ ਉਹਨਾਂ ਦਾ ਆਪਰੇਟ ਹੋ ਗਿਆ ਅਤੇ ਛੁੱਟੀ ਮਿਲ ਕੇ ਘਰੇ ਚੱਲ ਗਏ ਆ। ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਬਹੁਤ ਧੰਨਵਾਦ ਭਾਈ, ਬਹੁਤ ਜ਼ਿਆਦਾ। ਮਹਾਰਾਜ ਚੜ੍ਹਦੀ ਕਲਾ ਕਰੇ, ਕਮਾਈਆਂ ਜਿਹਨੇ ਵਾਧੇ ਪਾਵੇ। ਮਹਾਰਾਜ ਬਹੁਤ ਰਲ ਮਿਲ ਕੇ ਭੈਣ ਭਰਾਵਾਂ ਨੇ ਕੀਤਾ। ਮੈਂ ਬਹੁਤ ਖੁਸ਼ ਹਾਂ ਵੀ ਭੈਣ ਭਰਾਵਾਂ ਨੇ ਮੇਰੀ ਬਾਂਹ ਫੜੀ ਹੈ। ਹਾਂਜੀ, ਜਿਵੇਂ ਅੰਕਲ ਜੀ ਵੀ ਮਾਤਾ ਜੀ ਹੋਣੀ ਜਿਹੜੀ ਸੀ ਕਾਫੀ ਪਰੇਸ਼ਾਨੀ ਤੋਂ, ਕਿੰਨੇ ਕੁ ਹਸਪੀਟਲਾਂ 'ਚ ਤੁਸੀਂ ਇਹਨਾਂ ਨੂੰ ਹੁਣ ਤੱਕ ਵਾਹਵਾ ਹਸਪੀਟਲਾਂ 'ਚ ਲੈ ਕੇ ਗਏ ਸੀ? 2-3 ਹਸਪਤਾਲ ਲੈ ਕੇ ਗਏ ਹਾਂ, ਜਿੱਥੋਂ ਸਾਡੇ ਉਹ ਜਵਾਬ ਵੀ ਦੇਈ ਜਾਂਦੇ ਸੀ। ਬਹੁਤ ਤੁਹਾਡੀ ਮਿਹਰਬਾਨੀ, ਮੇਰੇ ਭਰਾਵਾਂ ਦੀ ਸੁਭਾ ਬਹੁਤ ਗਿਣਦਾ। ਹਾਂਜੀ, ਮਤਲਬ ਕੰਮ ਤੁਸੀਂ ਕਹਿੰਦੇ ਜਿਵੇਂ ਸੀਰੀ ਕਰਦੇ ਜੇ, ਕਿੰਨੇ ਕੁ ਪੈਸੇ ਦੇ ਦਿੰਦੇ ਫਿਰ? ਇੰਨਾ ਹਿਸਾਬ ਨਹੀਂ, 3-4 ਹਜ਼ਾਰ ਰੁਪਏ ਡੰਗੇ ਚਾਰਦਾ। ਮੇਰੇ ਕੋਲ ਕੋਈ ਪੱਠਾ ਨਹੀਂ, ਦੱਥਾ ਨਹੀਂ ਵੱਢਿਆ ਜਾਂਦਾ, ਉਸ ਹਿਸਾਬ ਨਾਲ ਦੇਣੇ ਆ। ਹਾਂਜੀ, ਡੰਗਰ ਡੁੰਗਰ ਮਾੜੇ ਮੋਟੇ ਲਈ ਫਿਰਦਾ। ਅਤੇ ਛੋਟੇ ਬੱਚੇ ਇੱਦਾਂ ਛੋਟੇ, ਇੱਕ ਹੁਣ ਸਿੱਧਾ ਵਾ ਚੋਰਾ। ਹਾਂਜੀ, ਇੱਕ ਨਵੀਂ ਪੜ੍ਹਦਾ, ਗੁੱਡੀਆਂ 2 ਹੋਈਆਂ। ਇੱਦਾਂ ਵੀ ਜੱਟਾਂ ਨੇ ਵਿਆਹੀਆਂ, ਮੈਂ ਕਾਹਦੀਆਂ ਵਿਆਹੀਆਂ, ਗਰੀਬ ਹੈਗਾ। ਹਾਂਜੀ, ਸੋ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਭਾਜੀ ਹੁਣੀ ਵੀ ਜਿਹੜੇ ਨੇ ਉਹ ਧੰਨਵਾਦ ਕਰਦੇ ਨੇ। ਤੁਸੀਂ ਦੇਖ ਸਕਦੇ ਸੰਗਤ ਜੀ ਕਿ ਇਹਨਾਂ ਦਾ ਵੀ ਜਿਹੜਾ ਇੱਕ ਹੱਥ ਹੈ ਉਹ ਬਿਲਕੁਲ ਜਿਹੜਾ ਵਾ ਡੈਮੇਜ ਹੋ ਚੁੱਕਿਆ ਹੈ, ਉਹ ਕੰਮ ਧੰਦਾ ਨਹੀਂ ਕੋਈ ਕਰ ਸਕਦੇ। ਸੋ ਇਸੇ ਕਰਕੇ ਭਾਜੀ ਹੁਣੀ ਕਹਿ ਰਹੇ ਸੀ, ਅੰਕਲ ਜੀ ਹੁਣੀ, ਕਿ ਮੈਂ ਹੋਰ ਤਾਂ ਕੋਈ ਕੰਮ, ਕਿਉਂਕਿ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਹੋਰ ਕੋਈ ਕਿਰਤ ਕਰਨੀ ਹੋਵੇ ਲਈ ਕਿਤੇ ਆਪਾਂ ਜਾਣਾ ਵੀ ਹੋਵੇ ਮਿਸਤਰੀਆਂ ਮਗਰ ਵੀ, ਅਤੇ ਉਹ ਦੋਨਾਂ ਹੱਥਾਂ ਨਾਲ ਅਸੀਂ ਬਾਲਟਾ ਚੁੱਕ ਸਕਦੇ ਹਾਂ, ਕਈ ਵੀ ਪਾਉਣੀ ਹੋਵੇ ਹੋਰ ਵੀ। ਸੋ ਬਾਕੀ ਦਾ ਕੰਮ ਜਿਹੜਾ ਵਾ ਸੰਗਤ ਜੀ ਉਹ ਕਰਦੇ ਨੇ। ਸੋ ਇਸੇ ਹੀ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕੀਤੀ ਜਾਵੇ।
ਤੇ ਅਸੀਂ ਆਪ ਸਭ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸੋ ਸੰਗਤ ਜੀ ਕਿ ਆਪ ਸਭ ਸੰਗਤਾਂ ਨੇ ਇੰਨਾ ਵੱਧ ਤੋਂ ਵੱਧ ਸਹਿਯੋਗ ਕੀਤਾ। ਅਸੀਂ ਅੰਮ੍ਰਿਤ ਬਾਣੀ ਦਾ ਇਹ ਬਚਨ ਪੜ੍ਹਦੇ ਹਾਂ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ ਅਕਲੀ ਕੀਚੇ ਦਾਨ, ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ ਦੇ ਮਾਂ ਵਾਕਾਂ ਅਨੁਸਾਰ। ਸੋ ਆਪ ਸਭ ਸੰਗਤਾਂ ਨੂੰ ਇਵੇਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹ ਅਕਲ ਬਖਸ਼ਣ ਤਾਂ ਜੋ ਤੁਸੀਂ ਇਹਨਾਂ ਲੋੜਵੰਦ ਪਰਿਵਾਰਾਂ ਦੀ ਸੰਗਤ ਜੀ ਮਦਦ ਕਰ ਸਕੇ। ਸੋ ਸੰਗਤ ਜੀ ਆਪ ਸਭ ਸੰਗਤਾਂ ਦੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਆਪ ਸਭ ਸੰਗਤਾਂ ਨੇ ਇੰਨਾ ਸਹਿਯੋਗ ਕੀਤਾ। ਸੋ ਮਾਤਾ ਜੀ ਹੁਣਾਂ ਨੂੰ ਜਿਹੜਾ ਵਾ ਉਹਨਾਂ ਦਾ ਇੰਪੋਰਟੇਸ਼ਨ ਜਿਹੜੀ ਹੈ ਪੈਰ ਜਿਹੜਾ ਸੀ ਉਹਦਾ ਆਪਰੇਟ ਹੋ ਗਿਆ ਹੈ ਤੇ ਹੁਣ ਬਿਲਕੁਲ ਠੀਕ ਹੋ ਗਏ। ਮਾਤਾ ਜੀ ਹੁਣੀ ਅੱਜ ਘਰੇ ਜਾ ਰਹੇ ਨੇ। ਨਰਸਿੰਗ ਸਟਾਫ ਵੱਲੋਂ ਜਿਹੜਾ ਵਾ ਉਹਨਾਂ ਦੇ ਆ ਟ੍ਰੀਟਮੈਂਟ ਜੋ ਉਹਨਾਂ ਦੀ ਪੱਟੀ ਹੈ ਉਹ ਕੀਤੀ ਜਾ ਰਹੀ ਹੈ। ਸੋ ਅੱਗੇ ਸੰਗਤ ਜੀ ਅਸੀਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਮਾਤਾ ਜੀ ਹੁਣਾਂ ਦਾ ਟ੍ਰੀਟਮੈਂਟ ਦੇ ਸੰਗਤ ਜੀ ਸੰਪੂਰਨ ਤੌਰ 'ਤੇ ਹੋ ਗਿਆ, ਪਰ ਅੱਗੇ ਇਹਨਾਂ ਨੂੰ ਮੈਡੀਸਨ ਦੀ ਵੀ ਲੋੜ ਹੈ। ਸੋ ਇਸ ਕਰਕੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿਵੇਂ ਸੰਗਤ ਜੀ ਤੁਸੀਂ ਹੁਣ ਵੱਧ ਚੜ੍ਹ ਕੇ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਦਾ ਇੰਨਾ ਸਹਿਯੋਗ ਕੀਤਾ ਤੇ ਅਸੀਂ ਪਰਿਵਾਰ ਦੀ ਜਿਹੜੀ ਹੈ ਵੱਧ ਤੋਂ ਵੱਧ ਸੰਗਤ ਜੀ ਜਿਹੜੀ ਹੈ ਉਹ ਮਦਦ ਕਰ ਸਕੇ ਤੇ ਅਗਾਂਹ ਵੀ ਜੋ ਲੋੜੀਂਦਾ ਇਹਨਾਂ ਨੂੰ ਸੰਗਤ ਜੀ ਟ੍ਰੀਟਮੈਂਟ ਦੀ ਲੋੜ ਪਵੇਗੀ ਉਹ ਵੀ ਅਸੀਂ ਤਾਂ ਹੀ ਕਰਵਾ ਸਕਦੇ ਹਾਂ ਸੰਗਤ ਜੀ ਜੇ ਇਵੇਂ ਹੀ ਆਪ ਸਭ ਸੰਗਤਾਂ ਦਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਮਿਲੇਗਾ। ਤੇ ਆਸ ਕਰਦੇ ਹਾਂ ਕਿ ਜਿਵੇਂ ਹੁਣ ਤੁਸੀਂ ਵੱਧ ਚੜ੍ਹ ਕੇ ਆਪਣੀਆਂ ਕਿਰਤ ਕਮਾਈਆਂ 'ਚੋਂ ਦਸਵੰਧ ਕੱਢਿਆ, ਜੋ ਗੁਰੂ ਨਾਨਕ ਮਹਾਰਾਜ ਜੀ ਨੇ ਸਾਨੂੰ ਇੱਕ ਸਿਧਾਂਤ ਬਖਸ਼ਿਆ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਸੋ ਆਪ ਸਭ ਸੰਗਤਾਂ ਉਹਨੂੰ ਪ੍ਰਤੱਖ ਤੌਰ 'ਤੇ ਆਪਣੀ ਜ਼ਿੰਦਗੀ ਦੇ ਵਿੱਚ ਵਸਾਈ ਬੈਠੇ ਜੋ ਤੇ ਆਸ ਕਰਦੇ ਹਾਂ ਕਿ ਅਗਾਂਹ ਵੀ ਸੰਗਤ ਏਡ ਮੈਡੀਕਲ ਕੇਅਰ ਫੰਡ ਦੀ ਸਮੁੱਚੀ ਟੀਮ ਜੋ ਵੀ ਲੋੜਵੰਦ ਪਰਿਵਾਰ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਪਾਵੇਗਾ ਤੇ ਆਪ ਸਭ ਸੰਗਤਾਂ ਇਵੇਂ ਹੀ ਦਿਲ ਖੋਲ੍ਹ ਕੇ ਉਹਨਾਂ ਦਾ ਸਹਿਯੋਗ ਸੰਗਤ ਜੀ ਕਰਦੇ ਰਹੋਗੇ। ਸੋ ਇਤਨੀਆਂ ਕੁ ਬੇਨਤੀਆਂ ਕਰਦਾ ਹੋਇਆ ਦਾਸ ਆਪ ਸਭ ਸੰਗਤਾਂ ਤੋਂ ਆਗਿਆ ਲੈਂਦਾ ਹੈ ਤੇ ਅੱਗੇ ਜੋ ਵੀ ਸੇਵਾਵਾਂ ਹੋਣਗੀਆਂ ਸੰਗਤ ਜੀ ਉਹ ਆਪ ਸਭ ਸੰਗਤਾਂ ਦੇ ਨਾਲ ਸਮੇਂ ਸਿਰ ਜਿਹੜੀ ਉਹ ਸਾਂਝ ਕਰਦੇ ਰਹਾਂਗੇ। ਸੋ ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।